ਦੋਸਤੋ ਪੰਜਾਬੀ ਟ੍ਰਿਬਿਊਨ ਦੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਖੁਦਕੁਸ਼ੀਆਂ, ਬੇਰੁਜ਼ਗਾਰੀ ਅਤੇ ਸਰਕਾਰੀ ਤੰਤਰ ਨੂੰ ਲੈ ਕੇ, ਜਿਸ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਅੱਜ ਤੱਕ ਅਸੀਂ ਦੇਖਦੇ ਆ ਰਹੇ ਸੀ ਵੀ ਕਿ ਜਿਹੜਾ ਖੁਦਕੁਸ਼ੀਆਂ ਜਿਹੜਾ ਵੱਡਾ ਅੰਕੜਾ ਸੀ ਉਹ ਕਿਸਾਨੀ ਨਾਲ ਜੁੜੇ ਕਾਮਿਆਂ ਦਾ ਹੀ ਪਾਇਆ ਜਾ ਰਿਹਾ, ਪਰ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਨੇ ਇੱਕ ਅੰਕੜਾ ਜਿਹੜਾ ਹੈਗਾ ਉਹ ਪੇਸ਼ ਕੀਤਾ ਹੈ, ਜਿਹਦੇ ਵਿੱਚ ਦੱਸਿਆ ਗਿਆ ਵੀ ਕਿ ਜਿਹੜੇ ਦਿਹਾੜੀਦਾਰ ਕਾਮੇ ਨੇ, ਵਿਸ਼ੇਸ਼ ਤੌਰ 'ਤੇ ਜਿਹੜੇ ਗੈਰ ਖੇਤੀਬਾੜੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਜਿਹੜੀ ਖੁਦਕੁਸ਼ੀਆਂ ਦਾ ਗਿਣਤੀ ਹੈ ਉਹ ਵੱਧਦੀ ਜਾ ਰਹੀ ਹੈ। ਇਸ ਨੂੰ ਕਿਵੇਂ ਦੇਖਿਆ ਜਾ ਸਕਦਾ? ਬਿਲਕੁਲ ਇਹ ਅੰਕੜੇ ਚੁਕਾਉਣ ਵਾਲੇ ਨੇ। ਹਾਲਾਂਕਿ ਇਹ ਅਲੱਗ ਗੱਲ ਹੈ ਕਿ ਇਹ ਮੀਡੀਆ ਦਾ ਬਹੁਤਾ ਹਿੱਸਾ ਨਹੀਂ ਹੁੰਦੇ, ਚਰਚਾ ਨਹੀਂ ਬਣਦੇ, ਨਾ ਅਖਬਾਰਾਂ ਦਾ ਅਤੇ ਨਾ ਟੀਵੀ ਚੈਨਲਾਂ ਦਾ ਬਹੁਤੀ ਵਾਰ, ਕਿਉਂਕਿ ਪਰ ਇਹ ਉਹ ਤਬਕਾ ਜਿਹੜਾ ਬਹੁਤ ਵੱਡੀ ਗਿਣਤੀ ਦੇ ਵਿੱਚ ਵੀ ਹੈ। ਸਾਰੇ ਕਿਸਮ ਦੇ, ਚਾਹੇ ਕੋਈ ਚੌਂਕਾਂ 'ਚ ਖੜ੍ਹ ਕੇ ਦਿਹਾੜੀ ਮੰਗਣ ਵਾਲੇ ਲੋਕ ਨੇ, ਚਾਹੇ ਲੋਕਾਂ ਦੇ ਘਰਾਂ 'ਚ ਕੰਮ ਕਰਨ ਵਾਲੇ ਲੋਕ ਨੇ, ਜਿੰਨੇ ਵੀ ਲੋਕ ਇਸ ਲੈਵਲ ਦੇ ਨੇ। ਇੱਕ ਤਾਂ ਇਹ ਗੈਰ ਰਸਮੀ ਖੇਤਰ ਹੈ, ਅਨਆਰਗੇਨਾਈਜ਼ਡ ਖੇਤਰ ਹੈ, ਜਿਵੇਂ ਖੇਤੀ ਵਾਲਾ ਵੀ ਗੈਰ ਰਸਮੀ ਖੇਤਰ ਹੈ, ਪਰ ਇਹ ਜਿਹੜਾ ਸ਼ਹਿਰੀ ਮਜ਼ਦੂਰ ਹੈ ਔਰ ਇਹ ਲੋਕ ਉਹ ਨੇ ਜਿਹੜੇ ਜ਼ਿਆਦਾਤਰ ਖੇਤੀ ਦੇ ਧੰਦੇ 'ਚੋਂ ਬਾਹਰ ਨਿਕਲ ਕੇ, ਕਿਉਂਕਿ ਖੇਤੀ ਲਾਹੇਵੰਦ ਨਹੀਂ ਰਹੀ, ਤਾਂ ਫਿਰ ਸ਼ਹਿਰਾਂ 'ਚ ਆਉਂਦੇ ਨੇ, ਸ਼ਹਿਰਾਂ 'ਚ ਉਹ ਰੁਜ਼ਗਾਰ ਤਲਾਸ਼ ਕਰਦੇ ਨੇ। ਔਰ ਇਹ ਜਿਹੜਾ ਅੰਕੜਾ ਵੀ ਆਇਆ NCRB ਦਾ, ਉਹ ਅੰਕੜਾ 2019 ਦਾ ਹੈ। 2019 ਦੇ ਵਿੱਚ ਇਹ ਕਿਹਾ ਗਿਆ ਕਿ ਦੇਸ਼ ਦੇ ਵਿੱਚ ਲਗਭਗ 1,35,123 ਜਿਹੜੀਆਂ ਖੁਦਕੁਸ਼ੀਆਂ ਹੁੰਦੀਆਂ ਨੇ, ਸਮੁੱਚੀਆਂ ਜਿਹੜੀਆਂ ਰਿਕਾਰਡ ਕੀਤੀਆਂ ਨੇ ਉਸ ਰਿਕਾਰਡ ਬਿਊਰੋ ਨੇ। ਹਾਲਾਂਕਿ ਜ਼ਰੂਰੀ ਨਹੀਂ ਹੈ ਕਿ ਉਹ ਸਾਰੀਆਂ ਹੀ, ਮਤਲਬ ਅਜੇ ਹੋਰ ਵੀ ਵਾਧੂ ਹੋ ਸਕਦੀਆਂ ਨੇ ਕਿ ਰਿਕਾਰਡ ਹੋਣਗੇ। ਉਹਨਾਂ ਦੇ ਵਿੱਚੋਂ ਜਿਹੜਾ ਹਿੱਸਾ ਵੱਧਦਾ ਜਾ ਰਿਹਾ ਲਗਾਤਾਰ, ਜੇ 2014-15 ਤੋਂ ਲੈ ਕੇ ਹੁਣ ਤੱਕ ਕਰੀਏ, ਉਹ ਰਫ਼ਤਾਰ ਬੜੀ ਤੇਜ਼ੀ ਨਾਲ ਵੱਧਦੀ ਹੈ। 2015-16 ਦੇ ਵਿੱਚ ਵੀ ਇਹਨਾਂ ਦਾ ਜਿਹੜਾ ਹਿੱਸਾ 17% ਸੀ ਲਗਭਗ, ਅਤੇ ਹੁਣ ਉਹ ਖੁਦਕੁਸ਼ੀਆਂ 'ਚ ਉਹਨਾਂ ਦਾ ਹਿੱਸਾ 23% ਤੋਂ ਵੀ ਵੱਧ ਗਿਆ, ਕਿ ਇੱਕ ਖਾਸ ਵਰਗ ਦੇ ਵਿੱਚ ਖੁਦਕੁਸ਼ੀਆਂ ਦਾ ਰੁਝਾਨ ਵੱਧ ਰਿਹਾ ਹੈ ਇੱਕ ਉਸ ਤਰੀਕੇ ਦੇ ਨਾਲ। ਔਰ ਇਹੀ ਨਹੀਂ, ਅਤੇ ਉਹ ਹਿੱਸਾ ਕਿ ਮਤਲਬ ਬੇਰੁਜ਼ਗਾਰਾਂ ਦਾ ਵੀ ਵੱਧ ਰਿਹਾ ਉਹਦੇ 'ਚ। ਪਹਿਲੀ ਵਾਰ ਹੈ ਜਦੋਂ ਦੇ ਅੰਕੜੇ ਜਾਰੀ ਕਰਨ ਲੱਗੇ ਨੇ ਕਿ ਬੇਰੁਜ਼ਗਾਰਾਂ ਦੀ ਖੁਦਕੁਸ਼ੀ ਦਾ ਅੰਕੜਾ 2 ਹਿੱਸਿਆਂ ਤੱਕ ਚਲਾ ਗਿਆ, ਮਤਲਬ 10% ਤੋਂ ਉੱਪਰ ਜਿਹੜਾ ਉਸ ਮਾਮਲੇ ਦੇ ਵਿੱਚ ਹੋ ਗਿਆ। ਔਰ ਇੱਕ ਇਹ ਵੀ ਆਪਣੇ ਆਪ ਦੇ ਵਿੱਚ ਸੋਚਣ ਵਾਲਾ ਸਵਾਲ ਹੈ, ਕਿਉਂਕਿ ਨਾਰਮਲੀ ਤਾਂ ਚਾਹੇ ਸਾਨੂੰ ਪਤਾ ਹੀ ਹੁੰਦਾ ਕਿ ਜ਼ਿਆਦਾਤਰ ਗਰੀਬ ਲੋਕ ਕਹਿੰਦੇ ਨੇ ਵੀ ਕਿਸੇ ਹੋਰ ਕਾਰਨ ਕਰਕੇ ਕਰ ਗਿਆ ਜੀ ਹੋਰ, ਪਰ ਇੱਕ ਟਰੈਂਡ ਹੁੰਦਾ ਹੈ। ਜਿੰਨੀਆਂ ਵੀ ਇਹ ਟੋਟਲ ਖੁਦਕੁਸ਼ੀਆਂ ਨੇ, ਚਾਹੇ ਕਿਸੇ ਵੀ ਵਰਗ ਦੀਆਂ ਹੋਣ, ਉਹ 'ਚ 2/3 ਤੋਂ ਵੱਧ, 66% ਤੋਂ ਜ਼ਿਆਦਾ ਖੁਦਕੁਸ਼ੀਆਂ ਉਹ ਨੇ ਜਿਹੜੇ ਪਰਿਵਾਰਾਂ ਦੀ ਆਮਦਨ ਸਾਲ ਦੀ 1 ਲੱਖ ਰੁਪਏ ਤੋਂ ਵੀ ਘੱਟ ਹੈ। ਮਤਲਬ ਡੇਲੀ ਦੀ 278 ਰੁਪਏ ਤੋਂ ਵੀ ਘੱਟ ਆਮਦਨ ਹੈ। 278 ਰੁਪਏ ਦਾ ਮਤਲਬ ਕੀ ਹੈ? ਮਤਲਬ ਇਹ ਹੈ ਕਿ ਸਾਡੀਆਂ ਬਹੁਤ ਸਟੇਟਾਂ ਦੇ ਵਿੱਚ ਘੱਟੋ ਘੱਟ ਉਜਰਤ 278 ਰੁਪਏ ਤੋਂ ਜ਼ਿਆਦਾ ਹੈ। ਇਹਦਾ ਮਤਲਬ ਇਹ ਹੈ ਕਿ ਉਹਨਾਂ ਕਾਮਿਆਂ ਨੂੰ ਜਿਹੜੇ ਦਿਹਾੜੀਦਾਰ ਨੇ, ਅਸੀਂ ਇਹ ਯਕੀਨੀ ਵੀ ਨਹੀਂ ਬਣਾ ਸਕੇ ਕਿ ਘੱਟੋ ਘੱਟ ਉਜਰਤ ਉਹਨਾਂ ਨੂੰ ਮਿਲੇ ਔਰ ਪੂਰੇ ਦਿਨ ਕੰਮ ਮਿਲੇ। ਜੇ ਜਿੰਨੇ ਤੈਨੂੰ ਕੰਮ ਕਰਨਾ ਚਾਹੁੰਦਾ ਉਨੇ ਦਿਨ ਕੰਮ ਮਿਲੇ, ਇਹ ਨਹੀਂ ਅਸੀਂ ਕਰ ਪਾਏ। ਔਰ ਇਹ ਗੱਲ ਵੀ ਸੋਚਣ ਵਾਲੀ ਹੈ ਕਿ ਅਜੇ ਤੱਕ ਕਰੋਨਾ ਆਉਣਾ ਉਸ ਤੋਂ ਬਾਅਦ ਉਹ ਅੰਕੜੇ ਤਾਂ ਅਜੇ ਪਤਾ ਨਹੀਂ ਅਗਲੇ ਸਾਲ ਤੱਕ ਜਦ ਤੱਕ ਵੀ ਆਉਣਗੇ, ਇਹ ਕਰੋਨਾ ਤੋਂ ਬਿਨਾਂ ਨੇ। ਇਹਦਾ 'ਤੇ ਸਭ ਤੋਂ ਵੱਡਾ ਅਸਰ ਜਿਹੜਾ ਪਿਆ, ਉਹ ਅਸਰ ਪਿਆ 2 ਗੱਲਾਂ ਦਾ ਬਹੁਤ ਵੱਡੇ ਪੱਧਰ 'ਤੇ। ਇੱਕ ਨੋਟਬੰਦੀ, ਜਿਹਨੂੰ ਮੋਨੀਟਾਈਜੇਸ਼ਨ ਕਿਹਾ ਜਾਏਗਾ, ਇੱਕ GST। ਇਹ ਦੋਨਾਂ ਦਾ ਬੜੇ ਵੱਡੇ ਪੱਧਰ 'ਤੇ ਅਰਥ ਵਿਵਸਥਾ ਦੇ ਉੱਤੇ ਅਸਰ ਪਿਆ। ਅਤੇ ਨੋਟਬੰਦੀ ਨੇ ਵੀ ਬਹੁਤ ਵੱਡੇ ਪੱਧਰ 'ਤੇ ਲੋਕਾਂ ਦੇ ਕਾਰੋਬਾਰ ਹਿਲਾ ਕੇ ਰੱਖਤੇ ਸੀ ਉਦੋਂ, ਔਰ ਕਿੰਨੇ ਹੀ ਬੰਦੇ ਜਿਹੜੇ ਨੇ ਉਹ ਲਾਈਨਾਂ 'ਚ ਖੜ੍ਹੇ, ਪੈਸੇ ਨਹੀਂ ਮਿਲੇ ਅਤੇ ਲੋਕਾਂ ਦੇ ਕਾਰੋਬਾਰ ਉੱਜੜ ਗਏ। ਲੋਕਾਂ ਨੂੰ ਆਪਣੇ ਬੰਦੇ ਜਿਹੜੇ ਵਰਕਰ ਹਟਾਉਣੇ ਪਏ, ਅਤੇ ਮੁੜ ਕੇ ਕਿੰਨੇ ਨੂੰ ਜੋਬ ਮਿਲੀ, ਕਿੰਨਿਆਂ ਨੂੰ ਨਹੀਂ ਮਿਲੀ। ਇਸੇ ਤਰ੍ਹਾਂ GST ਦਾ ਸਵਾਲ ਹੈ। GST ਹੁਣ ਕੇਂਦਰ ਸਰਕਾਰ ਵੀ ਉਦੋਂ ਤੋਂ ਲੈ ਕੇ ਕਹਿ ਰਿਹਾ ਕਿ ਸਾਡੇ ਕੋਲ ਤਾਂ ਘੱਟ ਨੇ ਪੈਸੇ, ਅਸੀਂ ਨਹੀਂ ਦੇ ਸਕਦੇ। ਸੂਬਾ ਸਰਕਾਰਾਂ ਵੀ ਰੋਂਦੀਆਂ ਨੇ ਸਾਡੇ ਕੋਲ ਘੱਟ ਨੇ, ਅਤੇ ਇਹ ਸਾਰੇ ਪ੍ਰੋਸੈਸ ਨੇ ਅਰਥ ਵਿਵਸਥਾ ਬਹੁਤ ਨਿਚਲੇ ਪੱਧਰ 'ਤੇ ਲੈ ਜਾਂਦੀ। ਔਰ ਇਸੇ ਕਰਕੇ ਅੰਕੜਾ ਆਇਆ ਸੀ ਇਹ ਤੋਂ ਪਹਿਲਾਂ ਵੀ ਬੇਰੁਜ਼ਗਾਰੀ ਦਾ 2017-18 ਦੇ ਵਿੱਚ, ਕਿ ਪਿਛਲੇ 45 ਸਾਲਾਂ ਨਾਲੋਂ ਸਭ ਤੋਂ ਜ਼ਿਆਦਾ ਬੇਰੁਜ਼ਗਾਰੀ ਪੈਦਾ ਹੋ ਗਈ ਹੈ। ਮੇਰਾ ਖਿਆਲ ਹੈ 17-18 ਤੋਂ ਬਾਅਦ ਦਾ ਜਿਹੜਾ ਰੁਜ਼ਗਾਰ ਦਾ ਅੰਕੜਾ ਜਦੋਂ ਆਏਗਾ, ਉਹ ਇੱਦੋਂ ਵੀ ਅਲਾਰਮਿੰਗ ਹੋਏਗਾ, ਇੱਦੋਂ ਵੀ ਚਿੰਤਾਜਨਕ ਹੋਏਗਾ। ਪਰ ਅਜੇ ਤੱਕ ਸਰਕਾਰਾਂ ਨੇ ਇਹ ਨਹੀਂ ਸੋਚਿਆ ਕਿ ਡੀਮੋਨੀਟਾਈਜੇਸ਼ਨ ਨਾਲ ਜਾਂ ਨੋਟਬੰਦੀ ਜਾਂ GST ਨਾਲ ਸਾਡਾ ਕੀ ਨੁਕਸਾਨ ਹੋਇਆ ਅਤੇ ਇਹਦੇ 'ਚ ਉਭਰਿਆ ਕਿਵੇਂ ਜਾ ਸਕਦਾ। ਉਹ ਕਹਿ ਰਹੇ ਨੇ ਕਿ ਉਹ ਵੀ ਸਾਡਾ ਫੈਸਲਾ ਠੀਕ ਸੀ, ਅਤੇ ਡੀਮੋਨੀਟਾਈਜੇਸ਼ਨ ਕੀਤੀ ਕਾਹਦੇ ਕਰਕੇ ਸੀ? ਉਹ ਕਹਿੰਦੇ ਵੀ ਵੱਡੇ ਵੱਡੇ ਪਲੇਅਰ ਫਸਣਗੇ,
ਅਮੀਰ ਬੰਦੇ ਫਸਣਗੇ, ਕਰਪਟ ਬੰਦੇ ਫਸਣਗੇ, ਬਲੈਕ ਇਕਨੋਮੀ ਵਾਲੇ ਬੰਦੇ ਫਸਣਗੇ। ਪਰ ਉਹ ਤਾਂ ਅਜਾਸੀ ਕਰ ਰਹੇ ਨੇ, ਸਾਰੇ ਬੰਦੇ ਕਿਤੇ ਨਹੀਂ ਫਸੇ, ਜਾਂ ਬਾਹਰ ਚਲੇ ਗਏ। ਅੱਜ ਵੀ NPA ਦਾ ਵੱਧ ਤੋਂ ਵੱਧ ਪੈਸਾ ਉਹਦਾ ਮਾਫ ਕੀਤਾ ਜਾ ਰਿਹਾ। ਫਸਿਆ ਤਾਂ ਵਿਚਾਰਾ ਉਹ ਗਰੀਬ ਹੈ, ਜਿਹਨੂੰ ਰੋਜੀ ਰੋਟੀ ਜਾਂ ਕੋਈ ਦਿਹਾੜੀ ਉਸ ਪੱਧਰ ਦੇ ਉੱਤੇ ਨਹੀਂ ਮਿਲ ਰਹੀ। ਉਸ ਸਾਰੇ ਪ੍ਰੋਸੈਸ ਦੇ ਵਿੱਚੋਂ ਇਹ ਚਿੰਤਨ, ਇਹ ਅੱਜ ਨਹੀਂ, ਇਹ ਲਗਾਤਾਰ ਪਿਛਲੇ 6-7 ਸਾਲਾਂ ਤੋਂ ਖੁਦਕਸ਼ੀਆਂ ਦੇ ਰੁਝਾਨ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ। ਐ ਨਹੀਂ ਵੀ ਇੱਕੋ ਵਾਰ ਹੋਇਆ, 1 ਸਾਲ ਹੋਇਆ, ਅਚਾਨਕ ਨਹੀਂ ਹੋਇਆ, ਲਗਾਤਾਰ ਵਾਧਾ ਹੋ ਰਿਹਾ। ਹਾਲਾਂਕਿ ਇਹ ਵੀ ਉਸ ਰਿਪੋਰਟ ਦੇ ਵਿੱਚ ਪੇਸ਼ ਕੀਤਾ ਗਿਆ ਕਿ ਕਿਸਾਨਾਂ ਦੀਆਂ ਜਿਹੜੀਆਂ ਖੁਦਕਸ਼ੀਆਂ ਨੇ ਨੋਟ ਕੀਤੀਆਂ ਗਈਆਂ ਨੇ ਤੇ ਖੇਤ ਮਜ਼ਦੂਰਾਂ, ਉਹ 'ਚ ਮਾਮੂਲੀ ਕਮੀ ਦਰਸਾਈ ਗਈ ਹੈ ਪਹਿਲਾਂ ਦੇ ਮੁਕਾਬਲੇ। ਪਰ ਇਹਨੂੰ ਕੋਈ ਮੰਨਣ ਲਈ ਤਿਆਰ ਨਹੀਂ। ਉਹਦਾ ਮਤਲਬ ਇਹ ਉਹ ਕਹਿ ਰਹੇ ਨੇ ਵੀ ਤੁਸੀਂ ਰਿਪੋਰਟ ਹੀ ਨਹੀਂ ਕਰਦੇ ਬਹੁਤੀਆਂ ਚੀਜ਼ਾਂ ਜਿਹੜੀਆਂ ਨੇ। ਦੂਜੀ ਗੱਲ, ਜਿਹੜੀਆਂ ਔਰਤਾਂ ਦੀਆਂ ਖੁਦਕਸ਼ੀਆਂ ਕਿਸਾਨੀ ਜਾਂ ਖੇਤ ਮਜ਼ਦੂਰਾਂ 'ਚ ਹੁੰਦੀਆਂ ਨੇ, ਉਹਨਾਂ ਨੂੰ ਤੁਸੀਂ ਰਿਲੇਟਿਵ ਆਫ ਫਾਰਮਰਜ਼ ਕਹਿ ਕੇ ਤੁਸੀਂ ਉਹ ਖਾਤੇ 'ਚ ਹੀ ਨਹੀਂ ਪਾਉਂਦੇ ਕਿ ਇਹ ਕਿਸਾਨੀ ਜਾਂ ਖੇਤ ਮਜ਼ਦੂਰਾਂ ਦੀਆਂ ਖੁਦਕਸ਼ੀਆਂ ਨੇ। ਇਸ ਕਰਕੇ ਜਿਹੜੇ ਜਾਣਕਾਰ ਨੇ ਉਸ ਡਾਟਾ ਕਲੈਕਸ਼ਨ 'ਤੇ ਵੀ, ਉਹਦੇ ਪੈਟਰਨ 'ਤੇ ਵੀ ਸਵਾਲ ਕਰਦੇ ਨੇ। ਪਰ ਜੇਕਰ ਇਸੇ ਡਾਟੇ 'ਤੇ ਵੀ ਯਕੀਨ ਕਰ ਲਿਆ ਜਾਏ ਤਾਂ ਖੁਦਕਸ਼ੀਆਂ ਦਾ ਜਨਰਲ ਰੁਝਾਨ ਵੀ ਵੱਧ ਰਿਹਾ। ਔਰ ਇੱਕ ਹੋਰ ਟ੍ਰੈਂਡ ਹੈ ਕਿ ਜਿਹੜੀਆਂ ਹਾਊਸ ਵਾਈਫਸ ਨੇ, ਔਰਤਾਂ ਨੇ, ਘਰਾਂ ਦੇ ਵਿੱਚ ਵੀ ਕੰਮ ਕਰਦੇ ਨੇ, ਉਹਨਾਂ ਦੀਆਂ ਖੁਦਕਸ਼ੀਆਂ ਦਾ ਰੁਝਾਨ ਵੀ ਵਧਿਆ। ਇਹ ਡਾਟਾ, ਇਹ ਸੰਕੇਤ ਜਿਹੜਾ ਉਸ ਲੈਵਲ 'ਤੇ ਦੇ ਰਿਹਾ। ਇਹਦਾ ਮਤਲਬ ਕੀ ਹੈ? ਇਹਦਾ ਸਮੁੱਚੇ ਤੌਰ 'ਤੇ ਮਤਲਬ ਇਹ ਹੈ ਕਿ ਜਿਹੜੇ ਸਿਸਟਮ 'ਚ ਅਸੀਂ ਰਹਿ ਰਹੇ ਹਾਂ, ਜਿਹੋ ਜਿਹੀ ਅਰਥ ਵਿਵਸਥਾ ਦੇ ਵਿੱਚ ਅਸੀਂ ਰਹਿ ਰਹੇ ਹਾਂ, ਉਸ ਅਰਥ ਵਿਵਸਥਾ ਦੇ ਵਿੱਚ ਜਿਹੜਾ ਗਰੀਬ ਆਦਮੀ ਹੈ, ਉਹਨੂੰ ਨੌਕਰੀ ਦੇਣ ਦਾ, ਉਹਦੀ ਰੋਜੀ ਰੋਟੀ ਉਹਨੂੰ ਦੇਣ ਦਾ, ਅਤੇ ਉਹਦੇ ਬੱਚਿਆਂ ਦੀ ਪੜ੍ਹਾਈ, ਉਹਦੀਆਂ ਸਿਹਤ ਸਹੂਲਤਾਂ ਜਾਂ ਉਹਦੇ ਬਾਕੀ ਦੇ ਗੱਲਾਂ ਲਈ ਕੋਈ ਜਗ੍ਹਾ ਨਹੀਂ ਹੈ। ਅਤੇ ਉਹਨਾਂ ਨੂੰ ਇਹ ਭਰੋਸਾ ਨਹੀਂ ਦਿੰਦਾ ਇਹ ਸਿਸਟਮ ਕਿ ਅਸੀਂ ਤੁਹਾਡੀ ਕੇਅਰ ਕਰਨ ਦੇ ਲਈ ਬੈਠੇ ਹਾਂ, ਅਸੀਂ ਤੁਹਾਡੀ ਦੇਖਭਾਲ ਕਰਨ ਦੇ ਲਈ ਬੈਠੇ ਹਾਂ। ਔਰ ਇਹ ਭਰੋਸਾ ਨਾ ਹੋਣ ਦੇ ਕਾਰਨ ਉਹ ਨਾ ਉਮੀਦਾ ਹੋ ਜਾਂਦਾ ਬੰਦਾ। ਦੂਜਾ ਪਹਿਲੂ ਇਹਦੇ 'ਚ ਹੋਰ ਵੀ ਹੈ, ਇੱਕ ਇਹ ਵੀ ਹੈ ਕਿ ਸਮਾਜਿਕ ਭਾਈਚਾਰਾ ਵੀ ਟੁੱਟਦਾ ਜਾ ਰਿਹਾ ਹੈ। ਜਿੱਥੇ ਸਰਕਾਰਾਂ ਦੀ ਅਣਦੇਖੀ ਹੈ, ਸਾਡਾ ਅਰਥ ਵਿਵਸਥਾ ਕੇਵਲ ਈਜ਼ ਆਫ ਦੀ ਬਿਜ਼ਨਸ ਦੇਖਦਾ ਹੈ ਕਿ ਵਪਾਰ ਨੂੰ ਸੌਖਾ ਕਰੋ, ਬੰਦੇ ਚਾਹੇ ਮਰਦੇ ਰਹਿਣ ਤੇ ਮਰਦੇ ਰਹਿਣ, ਉਹਨਾਂ ਵੱਲ ਨਹੀਂ ਸੋਚਣਾ। ਉਸੇ ਤਰ੍ਹਾਂ ਸਮਾਜ ਵੀ ਇਸ ਟਾਈਪ ਦਾ ਹੋ ਗਿਆ, ਯੂਜ਼ ਐਂਡ ਥਰੋ। ਜਿਹੜਾ ਬਜ਼ੁਰਗ ਹੈ, ਜੇ ਉਹ ਕਮਾਉਣ ਦੇ ਕਾਬਲ ਨਹੀਂ ਰਿਹਾ, ਉਹ ਕਹਿੰਦੇ ਵੀ ਤੁਸੀਂ ਜਾਓ ਜੀ ਸਾਡੇ ਘਰੋਂ, ਵੀ ਅਸੀਂ ਵੀ ਤੁਹਾਨੂੰ ਨਹੀਂ ਹੁਣ ਰੱਖ ਸਕਦੇ। ਔਰ ਬਜ਼ੁਰਗਾਂ ਦੇ ਵਿੱਚ, ਛੋਟੇ ਬੱਚਿਆਂ 'ਚ, ਔਰਤਾਂ 'ਚ, ਹੋਰ ਜ਼ਿਆਦਾ ਗਰੀਬ ਜਿਹੜਾ ਨਹੀਂ ਕੋਈ ਬਿਮਾਰ ਹੋ ਗਿਆ, ਉਹਦੀ ਦੇਖਭਾਲ ਦੇ ਵਿੱਚ ਸਮਾਜਿਕ ਭਾਈਚਾਰਾ ਵੀ ਟੁੱਟਦਾ ਜਾ ਰਿਹਾ, ਜਿਹੜਾ ਕਿ ਉਸ ਪੱਧਰ ਦੇ ਉੱਤੇ ਉਹਦੀ ਵੀ ਇੱਕ ਹੱਦ ਤੱਕ ਭੂਮਿਕਾ ਹੈ। ਪਰ ਵੱਡੇ ਤੌਰ 'ਤੇ ਜਿਹੜੀ ਸੋਸ਼ਲ ਸਿਕਿਉਰਿਟੀ ਦੀ ਇੱਕ ਗਰੰਟੀ ਹੁੰਦੀ ਹੈ ਨੈਟਵਰਕ ਦੇ ਵਿੱਚ, ਉਹ ਗਰੰਟੀ ਗਾਇਬ ਹੈ। ਸਰਕਾਰੀ ਤੰਤਰ 'ਚ ਤਾਂ ਸਾਡੇ ਤੋਂ ਪਹਿਲਾਂ ਤੋਂ ਹੀ ਲਗਾਤਾਰ ਗਾਇਬ ਹੈ, ਸਮਾਜਿਕ ਤੰਤਰ 'ਚੋਂ ਵੀ ਉਹ ਗਾਇਬ ਹੁੰਦੀ ਜਾ ਰਹੀ ਹੈ, ਜਿਹਦੇ ਕਰਕੇ ਬੰਦਾ ਨਾ ਉਮੀਦ ਹੋ ਰਿਹਾ ਹੈ। ਉਹ ਨਾ ਉਮੀਦ ਹੋਣਾ ਉਹਨੂੰ ਸੁਸਾਈਡ ਵੱਲ ਲਗਾਤਾਰ ਧੱਕ ਰਿਹਾ ਹੈ। ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਇਹ ਜਿਹੜਾ ਡਾਟਾ ਹੈਗਾ ਇਹ 2019 ਦਾ, ਮਤਲਬ ਇਹ ਕਰੋਨਾ ਤੋਂ ਪਹਿਲਾਂ ਦਾ ਡਾਟਾ ਹੈ। ਕਰੋਨਾ ਮਹਾਮਾਰੀ ਦੌਰਾਨ ਜਿਹੜੀ ਪਹਿਲੇ 2 ਮਹੀਨੇ ਤਾਲਾਬੰਦੀ ਕੀਤੀ ਗਈ ਹੈ, ਉਸ ਦੌਰਾਨ ਵੀ ਜਿਹੜਾ ਹਜ਼ਾਰਾਂ ਲੱਖਾਂ ਮਜ਼ਦੂਰ ਜਿਹੜੇ ਹੈਗੇ ਆ, ਉਹ ਹਜ਼ਾਰਾਂ ਕਿਲੋਮੀਟਰ ਜਿਹੜਾ ਤੁਰ ਕੇ ਕੋਈ ਕਿਸੇ ਤਰ੍ਹਾਂ ਕੋਈ ਕਿਵੇਂ ਆਪਣੇ ਘਰਾਂ ਤੱਕ ਪਹੁੰਚਿਆ। ਉਸ ਦੌਰਾਨ ਵੀ ਜਿਹੜਾ ਹੈਗਾ ਸੈਂਕੜੇ ਜਿਹੜੇ ਹੈਗੇ ਆ ਮਜ਼ਦੂਰਾਂ ਨੂੰ ਆਪਣੀ ਜਿਹੜੀ ਜਾਨਾਂ ਗਵਾਉਣੀਆਂ ਪਈਆਂ। ਉਸ ਨੂੰ ਕਿਵੇਂ ਦੇਖਿਆ ਜਾਵੇਗਾ? ਬਿਲਕੁਲ, ਇਹ ਅਜੇ ਡਾਟਾ ਉਦੋਂ ਦਾ ਹੈ ਜਦੋਂ ਕਰੋਨਾ ਨਹੀਂ ਸੀ ਜੀ। ਕਰੋਨਾ ਦੇ ਦੌਰਾਨ ਤਾਂ ਸਾਰੇ ਸਾਡੇ ਉਦੋਂ ਸਾਡੀ ਜਿਹੜੀ ਅਸੀਂ GDP ਕਹਿੰਦੇ ਆ, ਕੁੱਲ ਘਰੇਲੂ ਪੈਦਾਵਾਰ, ਉਹ ਨੈਗੇਟਿਵ 'ਚ ਨਹੀਂ ਸੀ। ਅਸੀਂ ਕਹਿੰਦੇ ਸੀ ਵੀ ਸਾਡੀ ਇੰਨੀ 5% ਰਹਿ ਜੂਗੀ ਜੀ, ਗਰੋ ਕਰ ਰਹੇ ਹਾਂ ਅਸੀਂ, ਆਹ ਕਰ ਰਹੇ ਹਾਂ, ਉਹ ਕਰ ਰਹੇ ਹਾਂ। ਜਦੋਂ 5% ਵੀ ਗਰੋ ਕਰ ਰਹੀ ਹੈ, ਪਹਿਲਾਂ ਵੀ ਆਪਾਂ ਕਈ ਪ੍ਰੋਗਰਾਮਾਂ 'ਚ ਜ਼ਿਕਰ ਕੀਤਾ ਕਿ GDP ਗਰੋ ਕਰਨਾ ਆਪਦੇ ਆਪ 'ਚ ਕਾਫੀ ਨਹੀਂ ਹੈ, ਅਤੇ ਉਹਦਾ ਹਿੱਸਾ ਕਿਹਨੂੰ ਜਾਂਦਾ ਇਹ ਬਹੁਤ ਮਹੱਤਵਪੂਰਨ ਹੈ, ਉਹਦੀ ਵੰਡ ਕਿਹਨੂੰ ਜਾਂਦੀ ਹੈ ਇਹ ਬਹੁਤ ਮਹੱਤਵਪੂਰਨ ਹੈ। ਜਿਵੇਂ ਦੁਨੀਆ ਦਾ ਮੰਨਿਆ ਪ੍ਰਮੰਨਿਆ ਜਿਹੜਾ ਅਰਥ ਸ਼ਾਸਤਰੀ ਇਹਨਾਂ ਦਿਨਾਂ ਦੇ ਵਿੱਚ ਹੈ, ਜਿਹਨੇ ਬਹੁਤ ਵੱਡਾ ਇੱਕ ਮਤਲਬ ਇਸ ਲੈਵਲ 'ਤੇ ਇੱਕ ਕਿਤਾਬ ਲਿਖੀ, ਬੜੇ ਪੁਰਾਣੇ ਡਾਟੇ ਨੂੰ ਇਕੱਠਾ ਕਰਕੇ ਸਾਰੇ ਨੂੰ, ਫਰਾਂਸ ਦਾ ਥੋਮਸ ਪਿਕੈਟੀ, ਉਹ ਕਹਿੰਦਾ ਦੌਲਤ ਪੈਦਾ ਕਰਨਾ ਮੁੱਦਾ ਨਹੀਂ ਹੈ, ਹੁਣ ਦੌਲਤ ਦੀ ਵੰਡ ਕਰਨਾ ਸਭ ਤੋਂ ਵੱਡਾ ਮੁੱਦਾ ਹੈ। ਇਸ ਕਰਕੇ ਜੇ ਉਹ ਹੇਠਾਂ ਤੱਕ ਨਹੀਂ ਜਾਂਦਾ, ਉਹ ਇਕੱਠਾ ਹੋ ਜਾਂਦਾ ਕੁਝ ਹੱਥਾਂ 'ਚ। ਜੇ ਉਹ ਅਡਾਨੀ ਦੇ, ਅੰਬਾਨੀ ਦੇ ਜਾਂ ਕਾਰਪੋਰੇਟ ਘਰਾਣਿਆਂ ਦੇ ਕੋਲ ਹੀ ਜਾਣਾ, ਉਹ ਸਾਰੇ ਦਾ ਸਾਰਾ ਮੁਨਾਫਾ ਗਰੀਬ ਬੰਦੇ ਤੱਕ ਨਹੀਂ ਪਹੁੰਚਣਾ ਉਹਦਾ, ਤਾਂ GDP ਵੱਧ ਵੀ ਜਾਵੇ ਤਾਂ ਵੀ ਬਹੁਤਾ ਫਰਕ ਨਹੀਂ। ਪਰ ਜੇ GDP ਡਾਊਨ ਜਾਂਦੀ ਹੈ, ਇਹਦੇ ਨਾਲ ਇੱਕ ਗੱਲ ਸੰਕੇਤ ਹੁੰਦਾ ਹੈ ਕਿ ਤੁਹਾਡੇ ਕਾਰੋਬਾਰ ਠੱਪ ਹੋ ਗਏ। ਔਰ ਜਿੰਨੀ ਕੁ GDP ਹੁਣ ਹੈ ਵੀ, ਇਹਦੇ 'ਚ ਸਰਵਿਸ ਸੈਕਟਰ ਵੀ ਹੈ, ਆਰਗੇਨਾਈਜ਼ਡ ਸੈਕਟਰ ਵੀ ਹੈ। ਜਿੰਨੀਆਂ ਤਨਖਾਹਾਂ ਪ੍ਰੋਪਰ ਮਿਲ ਰਹੀਆਂ ਨੇ ਸਭ ਨੂੰ,
ਉਹ ਵੀ ਵਿੱਚ ਹਿੱਸਾ ਮੰਨਿਆ ਜਾਂਦਾ, ਬਾਕੀ ਵੀ। ਜੇਕਰ ਉਹਦੇ ਚੋਂ ਦੂਜਾ ਗੈਰ ਰਸਮੀ ਕੱਢ ਦਿੱਤਾ ਜਾਏ ਤਾਂ ਉਹਨਾਂ ਦੇ ਹਿੱਸੇ ਤਾਂ ਬਿਲਕੁਲ ਹੀ ਘੱਟ ਹੈ, ਮਤਲਬ ਉਹਨਾਂ ਦਾ ਤਾਂ ਹਿੱਸਾ ਹੀ ਨਾ ਮਾਤਰ ਹੈ ਇਸ ਸਾਰੇ ਮਾਮਲੇ ਦੇ ਵਿੱਚ। ਇਸੇ ਕਰਕੇ ਜੇ ਤੁਸੀਂ ਪੇਂਡੂ ਖੇਤਰ ਦਾ ਦੇਖੋਗੇ, ਅਰਥ ਵਿਵਸਥਾ ਦਾ ਪੂਰੇ ਦੇਸ਼ ਦੇ ਵਿੱਚ GDP ਦੇ ਵਿੱਚ ਕਿਹਾ ਜਾਂਦਾ ਕਿ ਖੇਤੀ ਦਾ ਹਿੱਸਾ 14% ਹੈ। ਬੰਦੇ ਉੱਥੇ ਲਗਭਗ 50% ਨੇ ਜਿਹੜੇ ਉਹਦੇ ਤੋਂ ਰੋਟੀ ਖਾਣਾ ਚਾਹੁੰਦੇ ਨੇ। ਇਹਦਾ ਮਤਲਬ 50% ਦੇ ਹਿੱਸੇ 14 ਰੁਪਏ ਆਉਂਦੇ ਨੇ ਤੇ ਦੂਜਿਆਂ ਦੇ ਹਿੱਸੇ ਉਦੋਂ ਜ਼ਿਆਦਾ ਜਾਂਦੇ ਨੇ। ਫਿਰ ਇਹ ਸ਼ਹਿਰੀ ਮਜ਼ਦੂਰ ਕੱਢ ਦੋ, ਜਿਹੜਾ ਵੀ ਦਿਹਾੜੀਦਾਰ ਜਾਂਦਾ ਉਹਦੇ ਹਿੱਸੇ ਕੀ ਆਉਂਦਾ, ਉਹਦੇ ਚੋਂ ਤਾਂ ਬਹੁਤ ਥੋੜ੍ਹੇ ਲੋਕਾਂ ਦੇ ਹਿੱਸੇ। ਜੇ ਕਰੋਨਾ ਦਾ ਡਾਟਾ ਜਦੋਂ ਆਊਗਾ ਇਹ ਬਹੁਤ ਖਤਰਨਾਕ ਹੋਏਗਾ। ਇਹਦੇ 'ਚ ਜਿੰਨੇ ਵੀ ਵੈਬੀਨਾਰ ਵਗੈਰਾ ਅਰਥ ਸ਼ਾਸਤਰੀਆਂ ਦੀ ਗੱਲ ਜਿਹੜੀ ਹੋਈ ਹੈ ਹੁਣ ਤੱਕ ਹੋ ਰਹੀ ਹੈ ਸੰਭਾਵਨਾ, ਉਹ ਇਹ ਕਹਿੰਦੇ ਨੇ ਕਿ ਖੁਦਕੁਸ਼ੀਆਂ ਦੇ ਵਿੱਚ ਰੁਝਾਨ ਵਿੱਚ ਬੜੀ ਤੇਜ਼ੀ ਆਉਣ ਦੀ ਸੰਭਾਵਨਾ ਹੈ। ਉਹਦੇ ਪਿੱਛੇ ਕਾਰਨ ਇਹ ਹੈ ਕਿ ਬਹੁਤ ਲੋਕਾਂ ਦੀ ਰੋਜੀ ਰੋਟੀ ਨਹੀਂ ਪੈਦਾ ਹੋਈ। ਇੱਕ ਸਰਵੇ ਹੁਣੇ ਆਇਆ ਕਿ ਜਿਹੜੇ ਬੰਦੇ ਈਵਨ ਫੈਕਟਰੀਆਂ 'ਚੋਂ ਵੀ ਆਲੇ ਦੁਆਲੇ ਗਏ ਸੀ ਆਪਣੇ ਆਪਣੇ ਰਾਜਾਂ ਨੂੰ, ਉਹਨਾਂ 'ਚੋਂ ਵੀ ਅਜੇ 30% ਹਿੱਸਾ ਇਹ ਹੋਇਆ ਜਾਏ ਜਿਹਨੂੰ ਅਜੇ ਤੱਕ ਜੌਬ ਨਹੀਂ ਮਿਲੀ, ਜਿਹੜੇ ਮਤਲਬ ਕਿਤੇ ਨੌਕਰੀ ਨਹੀਂ ਮਿਲੀ, ਦਿਹਾੜੀ ਨਹੀਂ ਮਿਲੀ ਜਾਂ ਬਾਕੀ। ਉਹਨਾਂ ਕੋਲ ਤਾਂ ਫਿਰ ਕੋਈ ਇਹੋ ਜਿਹੀ ਪੂੰਜੀ ਵੀ ਨਹੀਂ ਹੁੰਦੀ ਜਿਹੜੀ ਪੂੰਜੀ ਰੱਖ ਵੀ ਰੱਖੀ ਰਹੇ ਤੇ ਉਹ ਰੱਖਵੀਂ ਪੂੰਜੀ ਦੀ ਵਰਤੋਂ ਕਰ ਲੈਣ ਕਿਸੇ ਨਾ ਕਿਸੇ ਰੂਪ ਦੇ ਵਿੱਚ। ਇਸ ਮਾਮਲੇ ਦੇ ਵਿੱਚ ਉਹਨਾਂ ਦੀ ਜੇਬ 'ਚ ਪੈਸਾ ਕਿਵੇਂ ਪਵੇ, ਰੁਜ਼ਗਾਰ ਕਿਵੇਂ ਮਿਲੇ, ਅਜੇ ਵੀ ਨਹੀਂ ਸੋਚਿਆ ਜਾ ਰਿਹਾ। ਜਿਹੜਾ 20 ਲੱਖ ਕਰੋੜ ਦਾ ਸੀ ਕਹਿੰਦੇ ਸੀ ਅਸੀਂ ਦਿੱਤਾ ਪੈਕੇਜ, ਤੇ ਉਸ ਪੈਕੇਜ ਦੇ ਵਿੱਚ ਉਹਨਾਂ ਬੰਦਿਆਂ ਨੂੰ ਕੀ ਮਿਲਿਆ ਜਿਹੜੇ ਗਰੀਬ ਸੀ, ਉਹਦੀ ਜੇਬ 'ਚ ਕੀ ਗਿਆ? ਤੇ ਉਹਦੀ ਜੇਬ 'ਚ ਗਿਆ ਕਿ ਜੀ ਅਸੀਂ ਤੁਹਾਨੂੰ ਰਾਸ਼ਨ ਦੇਵਾਂਗੇ ਇਸ ਲੈਵਲ ਤੇ ਤੱਕ। ਵੈਸੇ ਤਾਂ ਸਰਕਾਰੀ ਤੰਤਰ ਦਾ ਵੰਡਿਆ ਰਾਸ਼ਨ ਵੀ ਨਹੀਂ ਪਹੁੰਚਦਾ। ਜੇ ਪਹੁੰਚ ਵੀ ਜਾਵੇ ਤਾਂ ਕੇਵਲ ਰਾਸ਼ਨ ਤਾਂ ਨਹੀਂ ਬੰਦੇ ਨੂੰ ਚਾਹੀਦਾ, ਉਹਨੂੰ ਛੱਤ ਵੀ ਚਾਹੀਦੀ ਆ, ਉਹ ਰਾਸ਼ਨ ਪਕਾਉਣ ਲਈ ਪ੍ਰਬੰਧ ਵੀ ਚਾਹੀਦਾ, ਬਾਕੀ ਦੀਆਂ ਚੀਜ਼ਾਂ ਵੀ ਚਾਹੀਦੀਆਂ ਨੇ। ਜਿੰਦਾ ਰਹਿਣ ਦੇ ਲਈ ਮਨੁੱਖ ਦੀਆਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਵੀ ਚਾਹੀਦੀਆਂ ਨੇ। ਉਹਨਾਂ ਦੇ ਬੱਚੇ ਪੜ੍ਹਨੋਂ ਹਟ ਗਏ, ਉਹਨਾਂ ਦੇ ਬਾਕੀ ਚੀਜ਼ਾਂ ਸਾਰੀਆਂ ਹੋ ਗਈਆਂ। ਤੁਸੀਂ ਜੀਵਨ ਨੂੰ ਉਸ ਪੱਧਰ ਤੇ ਬਣਾਤਾ, ਉਹ ਬਿਮਾਰ ਵੀ ਹੋ ਰਹੇ ਨੇ, ਬਿਮਾਰੀ ਦੇ ਇਲਾਜ ਲਈ ਵੀ ਉਹਨਾਂ ਨੂੰ ਪੈਸਾ ਚਾਹੀਦਾ। ਤੁਸੀਂ ਇਹ ਸਾਰੀਆਂ ਚੀਜ਼ਾਂ ਨਾ ਦੇਖਦੇ ਹੋਏ ਅਜੇ ਬਸ ਕੇਵਲ ਇੱਕੋ ਹੀ ਐਲਾਨ ਕਰਦੇ ਹੋ ਉਹਨਾਂ ਵਾਸਤੇ ਤਾਂ ਕਿ ਉਹਨਾਂ ਨੂੰ ਅਸੀਂ ਰਾਸ਼ਨ ਦੇਵਾਂਗੇ, ਤੇ ਬਾਕੀ ਲਈ ਤੁਸੀਂ ਜਿਹੜੇ ਪੈਸੇ ਦਿੱਤੇ ਕਾਰਪੋਰੇਟ ਲਈ, ਉਹਨੇ ਕਹਿਤਾ ਕਿ ਜੀ ਮੇਰੇ ਤਾਂ ਵਿਆਜ 'ਚ ਚਲੇ ਗਏ, ਪੈਸਾ ਪੰਪ ਨਹੀਂ ਹੋਇਆ, ਪੈਸਾ ਲੱਗਿਆ ਹੀ ਨਹੀਂ ਅਜੇ ਕਿਤੇ। ਇਹਦਾ ਮਤਲਬ ਨਵੀਆਂ ਨੌਕਰੀਆਂ, ਨਵਾਂ ਰੁਜ਼ਗਾਰ ਦੇਣਾ, ਉਹਨਾਂ ਸਾਰੇ ਦਿਹਾੜੀਦਾਰਾਂ ਨੂੰ ਰੋਜੀ ਰੋਟੀ ਮਿਲੇ, ਇਹ ਬਹੁਤ ਵੱਡਾ ਸਵਾਲ ਸਾਡੀ ਅਰਥ ਵਿਵਸਥਾ ਦੇ ਸਾਹਮਣੇ ਖੜਾ ਹੈ, ਜਿਹਦੇ 'ਤੇ ਉਸ ਲੈਵਲ 'ਤੇ ਗੱਲ ਨਹੀਂ ਹੋ ਰਹੀ। ਜੇ ਆਪਾਂ ਦੇਖੀਏ ਤਾਂ ਇਹ ਖੁਦਕੁਸ਼ੀਆਂ ਨੂੰ ਰੋਕਣ ਲਈ ਸਰਕਾਰ ਨੂੰ ਕਿਹੋ ਜਿਹੇ ਕਦਮ ਚੱਕਣੇ ਚਾਹੀਦੇ ਜਾਂ ਇਹਦਾ ਹੱਲ ਕੀ ਹੋ ਸਕਦਾ? ਇਹਦੇ 'ਚ ਅਸਲ ਦੇ ਵਿੱਚ ਇਹੀ ਹੈ ਕਿ ਇੱਕ ਤਾਂ ਮੋਟੇ ਰੂਪ ਦੇ ਵਿੱਚ ਤਾਂ ਜੇ ਦੇਖਿਆ ਜਾਏ ਜਿਹੜਾ ਡਿਵੈਲਪਮੈਂਟ ਦਾ ਮਾਡਲ ਆ ਉਹ ਫਾਲਟ ਹੀ ਆ, ਉਹਦੇ 'ਤੇ ਰਿਵਿਊ ਕਰਨਾ ਪਏਗਾ। ਉਹ ਕੁਦਰਤ ਦੇ ਵੀ ਵਿਰੋਧੀ ਆ, ਉਹ ਮਨੁੱਖ ਦੇ ਵੀ ਵਿਰੋਧੀ ਹੈ। ਉਹ ਲੋਕਾਂ ਦੇ ਵਿੱਚ ਪਾੜਾ ਵਧਾ ਰਿਹਾ ਗਰੀਬੀ ਅਮੀਰੀ ਦਾ, ਉਹ ਕੁਝ ਬੰਦਿਆਂ ਦੇ ਮੁਨਾਫੇ ਨੂੰ ਸੋਚ ਰਿਹਾ, ਉਹ ਆਮ ਲੋਕਾਂ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ। ਪਰ ਦੂਜੀ ਗੱਲ ਇੱਕ ਇਮੀਡੀਏਟ ਵੀ ਜਿਹੜੀਆਂ ਗੌਰਮੈਂਟਾਂ ਵੀ ਕਦੇ ਕਦੇ ਚਰਚਾ ਕਰਦੀਆਂ ਨੇ ਤੇ ਮਾਹਰ ਤਾਂ ਕਰਦੇ ਹੀ ਕਰਦੇ ਨੇ ਕਿ ਲੋਕਾਂ ਦੀ ਜੇਬ 'ਚ ਪੈਸਾ ਪਾਏ ਤੋਂ ਬਿਨਾਂ ਇਹ ਅਰਥ ਵਿਵਸਥਾ ਚੱਲਣੀ ਨਹੀਂ ਹੈ। ਇਸੇ ਕਰਕੇ ਇੱਕ ਬੜੇ ਮੰਗ ਹੈ, ਜਿਹੜੀ ਜਾਇਜ਼ ਮੰਗ ਹੈ ਕਿ ਸਾਰੇ ਪਰਿਵਾਰਾਂ ਲਈ ਜਿਹੜੇ ਘੱਟੋ ਘੱਟ ਇਸ ਲੈਵਲ ਦੇ ਦਿਹਾੜੀਦਾਰ ਪਰਿਵਾਰ ਨੇ ਜਾਂ ਬਾਕੀ ਨੇ, ਮਿਨੀਮਮ ਬੁਨਿਆਦੀ ਆਮਦਨ ਦੀ ਗਰੰਟੀ, ਘੱਟੋ ਘੱਟ ਬੁਨਿਆਦੀ ਆਮਦਨ ਦੀ ਗਰੰਟੀ ਕਰਨੀ ਪਊਗੀ। ਔਰ ਜੇ ਤੁਸੀਂ ਇਹ ਕਹਿ ਰਹੇ ਹੋ ਕਿ ਇੱਕ ਆਪਣੇ ਡਿਬੇਟ ਦੇ ਵਿੱਚ ਇਸ ਕੰਟਰੀ ਦੇ ਵਿੱਚ ਕਿ 24,000 ਰੁਪਏ ਮਹੀਨੇ ਤੋਂ ਘੱਟ ਇੱਕ 5 ਮੈਂਬਰਾਂ ਦੇ ਪਰਿਵਾਰ, ਪੌਣੇ 5 ਮੈਂਬਰਾਂ ਦਾ ਪਰਿਵਾਰ ਇਸ ਦੇਸ਼ ਦੇ ਵਿੱਚ ਐਵਰੇਜ ਹੈ, ਚੰਗੇ ਤਰੀਕੇ ਦੇ ਨਾਲ ਰਹਿਣ ਸਹਿਣ 'ਚ ਨਹੀਂ ਰਹਿ ਸਕਦਾ, ਤਾਂ ਉਹਨਾਂ ਦੀ 24,000 ਰੁਪਏ ਦੀ ਗਰੰਟੀ ਕਰ ਦਿਓ, ਮਹੀਨੇ ਦੀ ਕਿਸੇ ਤਰੀਕੇ ਨਾਲ ਕਰ ਦਿਓ। ਆ ਛੋਟੀਆਂ ਮੋਟੀਆਂ ਜਿਹੜੀਆਂ ਯੋਜਨਾਵਾਂ ਤੁਸੀਂ ਬਣਾ ਰਹੇ ਹੋ, ਜਿਹਦੇ 'ਚ ਆਟਾ ਦੇ ਤਾਂ ਉਹ ਵੀ ਰਸਤੇ 'ਚ ਖਾ ਲਿਆ, ਜਿਹਦੇ 'ਚ ਪੈਨਸ਼ਨ ਆ ਉਹ ਵੀ ਰਸਤੇ 'ਚ ਖਾ ਲਈ, ਇਹ ਛੱਡ ਦਿਓ। ਤੁਸੀਂ ਪਰਮਾਨੈਂਟ ਬੰਦੇ ਦੇ ਖਾਤੇ 'ਚ ਉਨੇ ਪੈਸੇ ਪਾਉਣ ਦਾ ਪ੍ਰਬੰਧ ਕਰੋ, ਉਹਨੂੰ ਰੁਜ਼ਗਾਰ ਦਿਓ, ਉਹ ਤੋਂ ਕੰਮ ਕਰਾਓ, ਤੇ ਬਾਕੀ ਦੀਆਂ ਸਕੀਮਾਂ ਦੀ ਫਿਰ ਲੋੜ ਨਹੀਂ ਹੈ। ਫਿਰ ਆਪ ਹੀ ਖਰੀਦ ਲੇਗਾ, ਉਹ ਆਟਾ ਵੀ ਆਪ ਹੀ ਖਰੀਦ ਲੇਗਾ, ਬਾਕੀ ਚੀਜ਼ਾਂ ਵੀ ਆਪ ਹੀ ਖਰੀਦ ਲੇਗਾ। ਕੇਵਲ ਵੋਟ ਬੈਂਕ ਦੇ ਤੌਰ ਤੇ ਸੋਚ ਕੇ ਤੁਸੀਂ ਆਟਾ, ਦਾਲ, ਕਣਕ ਕੱਲੀ ਦੇ ਕੇ ਕਹਿੰਦੇ ਹੋ ਕਿ ਮੈਨੂੰ ਵੋਟ ਦੇ ਦੇ, ਉਹਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੀ ਗੱਲ ਨਹੀਂ ਕਰਦੇ। ਇਸ ਲਈ ਸਭ ਤੋਂ ਬੁਨਿਆਦੀ ਤੇ ਤੁਰੰਤ ਦੀ ਗੱਲ ਇਹ ਹੈ ਕਿ ਉਹਨਾਂ ਦੇ ਖਾਤਿਆਂ 'ਚ ਪੈਸੇ ਪੈਣ, ਉਹਨਾਂ ਪੈਸਿਆਂ ਨਾਲ ਉਹਨਾਂ ਦਾ ਪਰਿਵਾਰ ਚੱਲਦਾ ਹੋਵੇ, ਤੇ ਨਾਲ ਦੀ ਨਾਲ ਇੱਕ ਸਰਕਲ ਅਰਥ ਵਿਵਸਥਾ ਦਾ ਚੱਲੂਗਾ, ਨਵੀਆਂ ਨੌਕਰੀਆਂ ਪੈਦਾ ਹੋਣਗੀਆਂ ਤਾਂ ਕਿ ਉਹ ਕੰਮ ਕਰਕੇ ਆਪਣੀ ਰੋਜੀ ਰੋਟੀ ਕਮਾ ਸਕਣਗੇ, ਤੇ ਉਹਨਾਂ ਨੂੰ ਘੱਟੋ ਘੱਟ ਉਜਰਤ ਇਨਸ਼ੋਰ ਕੀਤੀ ਜਾਵੇ, ਯਕੀਨੀ ਬਣਾਈ ਜਾਵੇ। ਬਲਕਿ ਹੁਣ ਤਾਂ ਸਰਕਾਰਾਂ ਨੇ ਸਗੋਂ ਇਹਦੇ 'ਚ ਤਾਂ ਇਹ ਕਰਤਾ ਕਿ ਉਹ ਘੱਟੋ ਘੱਟ ਉਜਰਤ ਦਾ ਕਾਨੂੰਨ ਹੀ ਡਿਫੰਕਟ ਬਣਾਤਾ ਕਿ ਉਹ ਜ਼ਰੂਰੀ ਨਹੀਂ ਦਿੱਤਾ ਜਾਵੇ। ਤੁਸੀਂ 8 ਘੰਟੇ ਦੀ ਬਜਾਏ ਉਹਨਾਂ ਦੀ 12 ਘੰਟੇ ਡਿਊਟੀ ਕਰਨ ਜਾ ਰਹੇ ਹੋ, ਜਿਹੜੇ ਫੈਕਟਰੀਆਂ ਵਗੈਰਾ ਦੇ ਵਿੱਚ ਵੀ ਨੇ। ਸੋਚ ਬਿਲਕੁਲ ਡਾਇਰੈਕਸ਼ਨ ਵਿੱਚ ਹੈ। ਜੇ ਦੇਸ਼ ਦੇ ਵਿੱਚ ਇੱਕ ਬੜੀ ਲਾਮਬੰਦੀ ਹੋਵੇ ਕਿ ਘੱਟੋ ਘੱਟ ਉਜਰਤ ਦੀ ਗਰੰਟੀ, ਘੱਟੋ ਘੱਟ ਆਮਦਨ ਦੀ ਗਰੰਟੀ,
ਇਸ ਤੇ ਇੱਕ ਲਾਮਬੰਦੀ ਹੋਵੇ ਤਾਂ ਭਵਿੱਖ ਦੇ ਵਿੱਚ ਕੁਝ ਹਿੱਸਾ ਬੜਾ ਥੋੜਾ ਇਹਨਾਂ ਪਰਿਵਾਰਾਂ ਨੂੰ ਵੀ ਮਿਲ ਸਕਦਾ ਹੈ ਔਰ ਇਹ ਖੁਦਕਸ਼ੀਆਂ ਰੋਕੀਆਂ ਜਾ ਸਕਦੀਆਂ ਨੇ। ਜਦੋਂ ਸਾਰੇ ਬੰਦੇ ਬਰਾਬਰ ਜੇ ਦੇ ਹੋਣਗੇ, ਆਪਦੀ ਰੋਜੀ ਰੋਟੀ ਕਮਾਉਂਦੇ ਹੋਣਗੇ, ਸ਼ਾਇਦ ਮੁਹੱਬਤ ਵੀ ਵੱਧਦੀ ਹੈ। ਨਹੀਂ ਤਾਂ ਗਰੀਬ ਆਦਮੀ ਤੋਂ ਰਿਸ਼ਤੇਦਾਰ ਵੀ ਮਤਲਬ ਟਾਲਾ ਵੱਟ ਕੇ ਲੰਘਣ ਲੱਗ ਜਾਂਦਾ ਕਿ ਕੱਲ੍ਹ ਨੂੰ ਕੁਝ ਮੰਗੂਗਾ, ਤੇ ਉਹਨੂੰ ਡਿਗਨਿਟੀ ਨਾਲ, ਉਹਨੂੰ ਸ਼ਾਨ ਨਾਲ, ਉਹਨੂੰ ਦੇਸ਼ ਦਾ ਨਾਗਰਿਕ ਹੋਣ ਦੇ ਨਾਤੇ, ਇਸ ਇਨਸਾਨੀ ਭਾਈਚਾਰੇ ਦਾ ਮਤਲਬ ਮੈਂਬਰ ਹੋਣ ਦੇ ਨਾਤੇ ਉਹਨੂੰ ਜਿਉਣ ਦਾ ਹੱਕ ਦਿਓ। ਤੇ ਇਹ ਜ਼ਿੰਦਗੀ ਜਿਉਣ ਦੇ ਹੱਕ ਨਾਲ ਜੁੜੀ ਹੋਈ ਹੈ, ਰੁਜ਼ਗਾਰ ਜਿਉਣ ਦੇ ਹੱਕ ਨਾਲ ਜੁੜਿਆ ਹੋਇਆ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਕੋਆਰਡੀਨੇਟਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਕਿ ਲੋਕਾਂ ਨੂੰ ਆਟਾ ਦਾਲ ਦੀ ਨਹੀਂ ਬਲਕਿ ਰੁਜ਼ਗਾਰ ਦੀ ਲੋੜ ਹੈ। ਜੇ ਉਹਨਾਂ ਕੋਲ ਰੁਜ਼ਗਾਰ ਹੋਏਗਾ, ਉਹ ਆਪਣੇ ਆਪ ਕਮਾ ਕੇ ਆਟਾ ਦਾਲ ਖਰੀਦ ਸਕਦੇ ਨੇ ਤੇ ਆਪਣਾ ਜੀਵਨ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਜੀ ਸਕਦੇ ਨੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।